Yes, ये sir. नहीं, Yes, sir. हाँ तो Yes. अगर अगर नहीं आता ना तो मेरे को Yes, याद sir. दिला, सर अभी आया। हाँ तो मेरे को याद दिला दिया करो, ठीक है। चलो एनीवे, वी वर डिस्कसिंग सेक्शन 10 इसेंशियल्स फॉर अ वैलिड कॉन्ट्रैक्ट। हमने कल समझा था कि भाई सारे जो एग्रीमेंट है वो कॉन्ट्रैक्ट नहीं होंगे, ਜਿਹੜੇ एग्रीमेंट्स एनफोर्सेबल बाय लॉ है ਉਹੀ सिर्फ कॉन्ट्रैक्ट होंगे है। और दूसरे लफ्जां विच कह लिए इन सिंपल वर्ड्स, द एग्रीमेंट्स विच फुलफिल द कंडीशंस ऑफ सेक्शन 10 दे आर कॉन्ट्रैक्ट, ठीक है। ऑल एग्रीमेंट्स are not contract, only those agreements which fulfill the conditions of section 10 are contract, ठीक है। और ਜਿਹੜੇ fulfill नहीं ਕਰਨਗੇ ਉਹ ਕੀ ਹੋਣਗੇ, ਉਹ ਜਾਂ ਤਾਂ void ਹੀ ਹੋਣਗੇ, ਆਮ ਤੌਰ ਤੇ ਰਾਜੇ void ਹੋਣਗੇ, ਔਰ ਕੁਝ ਹਾਲਾਤਾਂ ਵਿੱਚ voidable ਵੀ ਹੋ ਸਕਦੇ ਆ, ਠੀਕ ਹੈ। ਤਾਂ ਵੈਲਿਡ ਨਹੀਂ ਹੋਣਗੇ, ਇਹ ਗੱਲ ਠੀਕ ਹੈ, ਵੈਲਿਡ ਤਾਂ ਕਦੇ ਵੀ ਨਹੀਂ ਹੋ ਸਕਦੇ, ਓਕੇ। ਸੋ ਆਪਾਂ ਕੱਲ ਡਿਸਕਸ ਕਰ ਰਹੇ ਸੀਗੇ essentials of a valid contract, ਠੀਕ ਹੈ। ਅੱਜ ਬੇਟਾ ਜਿਹੜੀ ਸਲਾਈਡਸ ਹੈ ਨਾ ਮੇਰੀਆਂ ਥੋੜੀਆਂ ਉਲਟੀਆਂ ਪੁਲਟੀਆਂ ਹੋ ਗਈਆਂ, ਅੱਜ ਜੋ ਸਲਾਈਡਸ ਆਪਾਂ ਕਰਨੀਆਂ ਹੈ ਉਹ ਅੱਗੇ ਲੱਗ ਗਈਆਂ, ਔਰ ਜੋ ਕੱਲ ਕੀਤੀਆਂ ਸੀ ਉਹ ਪਿੱਛੇ ਚਲੀਆਂ ਗਈਆਂ, ਠੀਕ ਹੈ। ਕਨਫਿਊਜ਼ ਨਾ ਹੋਇਆ ਜੇ, ਤਾਂ ਆਪਾਂ ਲੱਭ ਲੈਂਦੇ ਆ। ਇਹ ਆਪਣੇ ਕੋਲ ਸਲਾਈਡ ਆ ਗਈ ਹੈ, ਸਲਾਈਡ ਨੰਬਰ 8 ਹੈ, ਸਭ ਨੂੰ ਨਜ਼ਰ ਆ ਰਹੀ ਹੈ। ਓਨਲੀ ਦੋਜ਼ ਐਗਰੀਮੈਂਟਸ ਆਰ ਐਨਫੋਰਸੇਬਲ ਬਾਈ ਲਾਅ, ਜਾਂ ਇੱਦਾਂ ਵੀ ਕਹਿ ਸਕਦੇ ਹੋ, ਓਨਲੀ ਦੋਜ਼ ਐਗਰੀਮੈਂਟਸ ਆਰ ਵੈਲਿਡ ਵਿਚ ਫੁਲਫਿਲ ਦੀ ਕੰਡੀਸ਼ਨਸ ਆਫ ਸੈਕਸ਼ਨ 10। ਸਭ ਨੂੰ ਸਲਾਈਡ ਨਜ਼ਰ ਆ ਰਹੀ ਹੈ ਨਾ? ਅਗਰ ਕਿਸੇ ਨੂੰ ਨਹੀਂ ਨਜ਼ਰ ਆ ਰਹੀ ਹੈ ਸਲਾਈਡ, ਮੈਂ 5 ਪੁਆਇੰਟਸ ਲਿਖੇ ਹੋਏ ਆ, ਤਾਂ ਮੈਨੂੰ ਦੱਸੋ। ਮੈਂ ਜ਼ੂਮ ਕਰ ਲਿਆ। ਹੈਲੋ, ਐਕਸਕਿਊਜ਼ ਮੀ ਸਰ। ਹਾਂ ਬੋਲੋ ਬੇਟੇ। ਸਰ ਕੁਝ ਨਾ ਸਟੂਡੈਂਟ ਦਾ ਇੱਕ ਫੋਨ ਆਇਆ ਸੀ ਰੋਹਨ ਦਾ, ਹਾਂ ਹਾਂ, ਉਹ ਕਹਿੰਦਾ ਵੀ ਸਰ ਸਾਨੂੰ ਐਡ ਨਹੀਂ ਕਰ ਰਿਹਾ। ਨਹੀਂ ਬੇਟੇ ਮੇਰੇ ਕੋਲ ਤਾਂ ਕੋਈ ਵੀ ਪੈਂਡਿੰਗ ਨਹੀਂ ਹੈਗਾ, ਮੇਰੇ ਕੋਲ ਮੈਂ ਤਾਂ ਸਾਰਿਆਂ ਨੂੰ ਐਡ ਕਰ ਲਿਆ ਬੇਟਾ। ਪਤਾ ਨਹੀਂ ਸਰ, ਉਹ ਮੈਨੂੰ ਰੋਹਨ ਦਾ ਹੁਣੇ ਹੀ ਫੋਨ ਆਇਆ ਸੀ। ਨਹੀਂ ਬੇਟੇ ਉਹਨੂੰ ਕੋਈ ਦੁਬਾਰਾ ਟਰਾਈ ਕਰੇ, ਮੇਰੇ ਕੋਲ ਕੋਈ ਪੈਂਡਿੰਗ ਨਹੀਂ ਹੈਗਾ, ਮੇਰੇ ਕੋਲ 61 ਸਟੂਡੈਂਟਸ ਹੈ ਔਰ ਕੋਈ ਲੌਬੀ 'ਚ ਨਹੀਂ ਹੈਗਾ। ਸਰ ਮੈਨੂੰ ਪੋਲ ਸਾਇੰਸ ਦੇ ਲੈਕਚਰ ਨੇ ਐਡ ਕਰਿਆ ਸਰ। ਬੇਟਾ ਫਿਰ ਤੁਸੀਂ ਲੇਟ ਆਏ ਹੋਗੇ। ਨਹੀਂ ਸਰ ਮੈਂ 5 ਮਿੰਟ ਪਹਿਲਾਂ ਹੀ ਜੁਆਇਨ ਕਰ ਲਿਆ, ਵਿੱਚ ਫੋਨ ਆ ਗਿਆ ਸੀ ਨਾਲ ਦੀ ਕਈ ਵਾਰ ਨਾਲ ਬੇਟੇ, ਕੱਟਦਾ ਸੀ। ਹਾਂ ਬਸ ਬੇਟਾ ਜਿਹੜਾ ਤੂੰ ਵਿੱਚ ਫੋਨ ਆ ਗਿਆ ਨਾ, ਕਈ ਵਾਰੀ ਨਾ ਉਹ ਟੈਕਨੀਕਲ ਪ੍ਰੋਬਲਮ ਹੋ ਜਾਂਦੀ ਆ। ਦੇਖੋ ਹੁਣ ਮੇਰੇ ਕੋਲ ਕੋਈ ਬੱਚਾ ਆਇਆ, ਠੀਕ ਹੈ, ਔਰ ਮੈਨੂੰ ਰਿੰਗ ਵੱਜੀ ਹੈ, ਤਨਵੀਰ ਆਇਆ ਸੀ, ਇੱਕਦਮ ਚਲਾ ਵੀ ਗਿਆ, ਆਇਆ ਔਰ ਚਲਾ ਗਿਆ। ਹੁਣ ਮੈਂ ਐਕਸੈਪਟ ਕਿੱਦਾਂ ਕਰਾਂ ਇਹਨੂੰ, ਐਡਮਿਟ ਕਿਸ ਤਰ੍ਹਾਂ ਕਰਾਂ? ਕਈ ਵਾਰ ਬੇਟੇ ਕੋਈ ਟੈਕਨੀਕਲ ਪ੍ਰੋਬਲਮ ਆ ਜਾਂਦੀ ਹੈ, ਉਹਦੀ ਵਜ੍ਹਾ ਨਾਲ। ਇੱਕ ਹੁਣ ਪਰਸੋਂ ਇਦਾਂ ਹੋਇਆ ਵੀ ਇੱਕ ਲੜਕੀ ਹੈ ਹਰਕਿਰਨ, ਉਹ ਆ ਰਹੀ ਸੀ ਵਾਰ-ਵਾਰ, ਸਾਰਾ ਲੈਕਚਰ ਉਹ ਟਰਾਈ ਕਰੀ ਗਈ, ਮੈਂ ਉਹਨੂੰ ਐਡਮਿਟ ਵੀ ਕਰ ਰਿਹਾ ਸੀਗਾ, ਬਟ ਸ਼ੀ ਕੁਡ ਨਾਟ ਬੀ ਐਡਮਿਟਡ ਇਨ ਦ ਕਲਾਸ, देयर वाज सम टेक्निकल प्रॉब्लम, ठीक है। कई बार बेटा कोई टेक्निकल प्रॉब्लम हो जाती है, टीचर मतलब एडमिट द स्टूडेंट बट द स्टूडेंट कुड नॉट बी एडमिटेड इन द क्लास ड्यू टू सम टेक्निकल प्रॉब्लम। पॉइंट इज क्लियर? ਸਰ ਕਾਲਜ ਚ ਬੰਦ ਆ ਜੀ? हाँ बेटा ये गल्लां ना बाद चों करांगे आपां, ये गल्लां फालतू गल्लां हुंदियां, लैक्चर तो बाद करिया करो, हुण रिकॉर्डिंग चल रही है, ठीक है। सो वी वर डिस्कसिंग सेक्शन 10, ठीक है। सेक्शन 10 tells us what are the essentials for a valid contract, ठीक है। ਤਾਂ ਫਸਟ ਕੀ ਸੀਗਾ, ਫਸਟ essential ਕੀ ਸੀਗਾ ਬਈ, ਮੈਨੂੰ ਕੌਣ ਦੱਸੇਗਾ ਫਸਟ essential ਕੀ ਸੀਗਾ? ਫਟਾਫਟ ਰਿਪੀਟ ਕਰਾਂਗੇ। ਇੰਦਰਪ੍ਰੀਤ ਸਿੰਘ ਬੇਟਾ you have raised your hand, I know you have mistakenly raised your hand but still tell what first point ਦੱਸੋ ਬੇਟੇ। ਇੰਦਰਜੀਤ ਸਿੰਘ ਮੇਰੀ ਆਵਾਜ਼ ਆ ਰਹੀ ਹੈ? ਹੋਣੀਆਂ ਚਾਹੀਦੀਆਂ ਨੇ। ਹਾਂ ਸ਼ਾਬਾਸ਼ ਬਈ, ਇੱਕ ਐਗਰੀਮੈਂਟ ਦੇ ਲਈ 2 ਪਾਰਟੀਆਂ ਹੋਣੀਆਂ ਲਾਜ਼ਮੀ ਹੈ। ਕੋਈ ਪਰਸਨ ਖੁਦ ਨਾਲ ਹੀ, no person can do a contract, no person can enter into a contract with himself, there must be 2 parties to enter into a agreement, very good। ਕਰਨ ਸੈਕੰਡ ਪੁਆਇੰਟ ਦੱਸੋ। ਸਰ ਉਹ ਸੀਗਾ ਜੀ ਪਾਰਟੀਜ਼ party must be of sound mind, not disqualified by law, plus they must be of 18, they must be 18 years। वेरी गुड। दोनों पार्टीज बेटा ऐसा लिखना है कि बोथ पार्टीज मस्ट बी कंपिटेंट टू एंटर इनटू अ कॉन्ट्रैक्ट। कंपिटेंट का मतलब की होता है योग, कि दोनों पार्टीज कॉन्ट्रैक्ट करने दे योग होनी चाहिए है। फिर अगों मतलब लिखना है कि कंपिटेंट टू कॉन्ट्रैक्ट का की मतलब होता है कि 3 चीज़ा होंदियां है कि जब बोथ पार्टीज मस्ट हैव अटेन्ड द एज ऑफ 18 years, both parties must be of sound mind and they should not be disqualified by law from entering into contract, ठीक है। सिंपल पॉइंट है। थर्ड आपा कीता सीगा डिस्कस कि देयर मस्ट बी अ कंसिडरेशन। कंसिडरेशन इज आल्सो एन एसेंशियल पार्ट ऑफ कॉन्ट्रैक्ट, ठीक है। कंसिडरेशन मस्ट आल्सो बी देयर।
in a contract, not only consideration but there must be a lawful consideration, ठीक है, ये point ਆਪਾਂ discuss ਕੀਤਾ ਸੀਗਾ कि there must be a lawful consideration and lawful object of the agreement, कि एक agreement ਵਿੱਚ lawful consideration ਦਾ ਹੋਣਾ ਜ਼ਰੂਰੀ ਹੈ और lawful object ਦਾ ਹੋਣਾ ਵੀ ਜ਼ਰੂਰੀ ਹੈ, ठीक है। दोबारा रिपीट करते हैं, there must be lawful consideration and lawful object in the agreement। ਹੁਣ consideration ਦਾ ਕੱਲ ਬੇਟਾ meaning ਦੱਸਿਆ ਸੀ, consideration means something in return for promise, ਕਿ ਹੁਣ ਦੇਖੋ ਮੈਂ ਤਾਂ ਤੁਹਾਨੂੰ ਆਪਣੀ ਵਾਚ ਸੇਲ ਕਰ ਰਿਹਾ ਹਾਂ, ਤੁਸੀਂ ਮੈਨੂੰ ਉਸ ਦੇ ਬਦਲੇ ਵਿੱਚ ਕੀ ਦੇ ਰਹੇ ਹੋ, ਮੇਰੀ ਵਾਚ ਦੀ ਕੰਸੀਡਰੇਸ਼ਨ ਕੀ ਹੈ, ਤੁਸੀਂ ਮੈਨੂੰ 1000 ਦੇ ਰਹੇ ਹੋ, ਠੀਕ ਹੈ। I promise that I will give you my watch to you, I will give my watch to you, okay, but in return what will you give me, ठीक है। You said that okay sir I will give you rupees 1000, it means कि watch ਦੀ ਮੇਰੇ ਵਾਸਤੇ watch ਦੀ consideration ਕੀ ਹੈ 1000, और ਤੁਸੀਂ ਵੀ ਮੈਨੂੰ ਇੱਕ ਵਾਅਦਾ ਕੀਤਾ ਹੈ that you will pay rupees 1000 to me, और ਤੁਹਾਡੇ ਵਾਸਤੇ ਉਸ 1000 ਦੀ consideration ਕੀ ਹੈ watch ਹੈ। ਸੋ ਦੋਨਾਂ ਨੂੰ ਕੁਝ ਨਾ ਕੁਝ ਮਿਲਣਾ ਚਾਹੀਦਾ ਹੈ ਬੇਟਾ, ਦੋਨਾਂ ਪਾਰਟੀਆਂ ਨੂੰ, ਠੀਕ ਹੈ। ਔਰ ਅਗਰ ਇੱਕ ਪਾਰਟੀ ਨੂੰ ਮਿਲ ਰਿਹਾ ਹੈ ਪਰ ਉਹ ਦੇ ਕੁਝ ਨਹੀਂ ਰਿਹਾ ਤਾਂ ਫਿਰ ਉਸ ਟ੍ਰਾਂਜੈਕਸ਼ਨ ਨੂੰ ਆਪਾਂ ਕੀ ਕਵਾਂਗੇ ਬੇਟਾ, ਕੱਲ ਦੱਸਿਆ ਸੀ ਮੈਂ, गिफ्ट सर। गिफ्ट कवांगे, ठीक है। जिस तरह सपोज करो ए प्रोमिसेस टू गिव हिज लैंड टू बी, ए प्रॉमिस करता है बी दे नाल कि मैं तेनों अपनी जमीन देवांगा, बट बी उनके बदले कुछ नहीं दे रहा, देयर इज नो कंसीडरेशन, ठीक है। तो फिर इस ट्रांजैक्शन ਨੂੰ बेटे ਆਪਾਂ कॉन्ट्रैक्ट नहीं कवांगे, इस ट्रांजैक्शन ਨੂੰ ਆਪਾਂ ਕੀ ਕਵਾਂਗੇ गिफ्ट कवांगे। माय पॉइंट इज क्लियर, गिफ्ट, ठीक है। फिर मैं दसिया सी बेटा भी कंसीडरेशन का होना भी जरूरी है प्लस लाफुल कंसीडरेशन का होना जरूरी है, ठीक है। कल मैं एग्जांपल दी सी कि देखो तुसी जिहड़ा है गैर कानूनी तरीके नाल कोई जो बंदा है वो दूसरे ਨੂੰ ਜਿਹੜਾ है रिवॉल्वर देने का प्रॉमिस करता है और दूसरा भी उनके बदले ਵਿੱਚ पैसे दिंदा है, बट बेटा ये लीगल एग्रीमेंट नहीं है, ये वैलिड एग्रीमेंट नहीं है, क्यों, क्योंकि गैर कानूनी है, ठीक है। इनका लाफुल ऑब्जेक्ट नहीं है, इनके ਵਿੱਚ लाफुल कंसीडरेशन नहीं है, ठीक है। सो लाफुल कंसीडरेशन होना चाहिए है, लाफुल ऑब्जेक्ट होना चाहिए है। ये ना होवे जिस काम के लिए कॉन्ट्रैक्ट किया जा रहा है उस काम ਨੂੰ ही जो है उस एक्ट ਨੂੰ ही जो है वो लॉ इलीगल डिक्लेयर करता है या लॉ उस चीज ਨੂੰ प्रोहिबिट करता है या लॉ उस चीज ਨੂੰ रिस्ट्रेंट करता है, एक ही गल है, ठीक है। मना करना, मनाही पाबंदी लगाना या फिर इलीगल डिक्लेयर कर देना, ठीक है। सो हर एक कॉन्ट्रैक्ट ਦੇ ਵਿੱਚ ਲਾਫੁਲ कंसीडरेशन भी होवे और कंसीडरेशन लाफुल भी होवे प्लस ऑब्जेक्ट ਜਿਹੜਾ ਹੈ ਲਾਫੁਲ ਹੋਣਾ ਚਾਹੀਦਾ ਹੈ, ठीक है। ਹੁਣ ਦੇਖੋ ਹੁਣ ए ਕਹਿੰਦਾ ਹੈ बी ਨੂੰ, सपोज ए सेज दैट इस तरह करो यू प्लीज मतलब बीट सी, ए tells B, A asks B that you beat C and in return I will pay you rupees 1000, कि तू C ਨੂੰ ਕੁੱਟ ਮਾਰ और ਉਹਦੇ ਬਦਲੇ ਮੈਂ ਤੈਨੂੰ 1000 ਰੁਪਏ ਦੇਵਾਂਗਾ। ਕੀ ਇਹ ਲਾਫੁਲ कॉन्ट्रैक्ट है, कि ये कॉन्ट्रैक्ट है? नो सर, नो सर, नो सर, नहीं बेटा इस कॉन्ट्रैक्ट ਦਾ जो सॉरी इस एग्रीमेंट ਦਾ कॉन्ट्रैक्ट ਆਪਾਂ ਨੂੰ ਕਹਿਣਾ ਹੀ ਨਹੀਂ ਹੈ, ਆਪਾਂ ਨੂੰ ਸਿਰਫ ਐਗਰੀਮੈਂਟ ਹੀ ਕਹਿਣਾ, ਕਿਉਂਕਿ कॉन्ट्रैक्ट कदे ਬਣਿਆ ਹੀ नहीं। इस एग्रीमेंट ਦਾ जो ऑब्जेक्ट है किसी पर्सन ਨੂੰ इंजर करना है और किसी पर्सन या किसी प्रॉपर्टी ਨੂੰ इंजर ਕਰਨ ਦੇ ਲਈ अगर कोई एग्रीमेंट ਕੀਤਾ ਜਾਂਦਾ है तो ਅੱਗੇ ਜਾ ਕੇ ਆਪਾਂ ਦੇਖਾਂਗੇ उस एग्रीमेंट ਨੂੰ ਕੀ ਕਿਹਾ ਜਾਂਦਾ है। कॉन्ट्रैक्ट ਨੂੰ ਉਸ ਨੂੰ ਪਹਿਲੇ ਹੀ ਡਿਕਲੇਅਰ ਕਰ ਦੇਣਾ है, लॉ ऑफ कॉन्ट्रैक्ट ने मतलब किसी सेक्शन ने उसਨੂੰ ਪਹਿਲਾਂ ਹੀ void डिक्लेयर कर देना है कि दिस इज void agreement, an agreement the object of which is to injure some person or injure या डैमेज सम प्रॉपर्टी, दैट एग्रीमेंट वुड बी void एग्रीमेंट, ठीक है। क्योंकि इसका ऑब्जेक्ट ही ठीक नहीं है, इसका ऑब्जेक्ट ही गलत है, इसका ऑब्जेक्ट ही कुछ गैर कानूनी करना है जिस चीज की इजाजत ही नहीं देता कानून, और अगर उस चीज की इजाजत ही नहीं देता कानून और उस चीज ਨੂੰ ਤੁਸੀਂ ਕਰਨ ਦੇ ਲਈ एग्रीमेंट कर रहे हो तो फिर उस चीज का ऑब्जेक्ट ठीक नहीं है, दैट एग्रीमेंट वुड बी void। माय पॉइंट इज क्लियर टू एवरीबॉडी? किसी ਨੂੰ नहीं समझ आया? यस अगर सर, किसी ਨੂੰ नहीं समझ आया तो बोलो, ठीक है बेटा। ਇੱਥੇ ਤੱਕ ਆਪਾਂ ਕੱਲ ਕਰ ਲਿਆ ਸੀਗਾ। we are coming to next point, fourth point लिख लो, free consent। हेडिंग दे दो फ्री कंसेंट, अगे एक लाइन लिखो, the agreement must have been entered, the agreement must have been entered with the free consent of the parties,
सर रिपीट करना। द एग्रीमेंट मस्ट बी एंटर्ड या मस्ट बी मेड कर लो बेटा, जिन्होंने एंटर्ड लिखना मुश्किल लगता वो मेड कर लो। द एग्रीमेंट मस्ट बी एंटर्ड विद द फ्री कंसेंट ऑफ बोथ द पार्टीज। हुण फ्री कंसेंट की हुंदा बेटा? मंजूरी। कंसेंट का मतलब लिखो मंजूरी। भी हुण देखो बेटा, हुण मैं अपनी जिहड़ी कार सेल करनी है वो अपनी मर्जी नाल ही कर रहे हैं ना, तुसी मेरे नाल कोई जोर जबरदस्ती तां नहीं कर रहे। और अगर तुसी जोर जबरदस्ती नाल मेरे नाल कॉन्ट्रैक्ट कीता है, तुसी देखो मूवी च दिखांदे है भी वो जिहड़ा हैगा है एंड विलन जिहड़ा हैगा ना, ਉਹ ਜਿਹੜਾ ਹੈ ਕਿਸੇ ਪਰਸਨ ਦੇ ਸਿਰ ਤੇ ਬੰਦੂਕ ਰੱਖ ਦਿੰਦਾ ਹੈ, ਰਿਵਾਲਵਰ ਰੱਖ ਦਿੰਦਾ ਹੈ ਔਰ ਉਹਨੂੰ ਕਹਿੰਦਾ ਹੈ ਕਿ ਤੂੰ ਆਪਣੀ ਜ਼ਮੀਨ ਜਿਹੜੀ ਹੈਗੀ ਹੈ ਮੈਨੂੰ ਵੇਚ ਦੇ ਔਰ ਇਸ ਕੰਟਰੈਕਟ ਦੇ ਉੱਪਰ ਸਾਈਨ ਕਰ। ਤਾਂ ਤੁਹਾਨੂੰ ਕੀ ਲੱਗਦਾ ਹੈ ਐਸਾ ਕੰਟਰੈਕਟ ਵੈਲਿਡ ਕੰਟਰੈਕਟ ਹੋਏਗਾ बेटा? नो सर। नो सर। नो सर। नहीं बेटा, ऐसा एग्रीमेंट वैलिड नहीं होएगा। ਆਪਾਂ ਕੀ ਕਹਿ ਰਹੇ ਹਾਂ ਕਿ ਬਈ ਜਿਹੜੀ ਦੋਨਾਂ ਪਾਰਟੀਆਂ ਦੀ ਜਿਹੜੀ ਮਨਜ਼ੂਰੀ ਹੈ, ਜੋ ਕੰਸੈਂਟ ਹੈ ਉਹ ਫ੍ਰੀ ਹੋਣੀ ਚਾਹੀਦੀ ਹੈ। ਫ੍ਰੀ ਦਾ ਇੱਥੇ ਮਤਲਬ ਕੀ ਹੈ ਬੇਟਾ? ਫ੍ਰੀ ਇਹ ਉਹ ਵਾਲਾ ਫ੍ਰੀ ਨਹੀਂ ਹੈਗਾ ਮੁਫਤ ਵਾਲਾ। ਫ੍ਰੀ ਦਾ ਮਤਲਬ ਇਹ ਹੈ ਕਿ ਕਿਸੇ ਤਰ੍ਹਾਂ ਦਾ ਪਾਰਟੀ ਦੇ ਉੱਪਰ ਦਬਾਅ ਨਹੀਂ ਹੋਣਾ ਚਾਹੀਦਾ, ਫੋਰਸ ਨਹੀਂ ਕੀਤਾ ਜਾਣਾ ਚਾਹੀਦਾ। ਠੀਕ ਹੈ, ਅਗਲੀ ਲਾਈਨ ਲਿਖੋ, ਇਸੇ ਪੁਆਇੰਟ ਵਿੱਚ ਅਗਲੀ ਲਾਈਨ ਲਿਖੋ। सर विदाउट प्रेशर ले लिए ब्रैकेट। हाँ बेटा, विदाउट प्रेशर भी लिख सकते हो, वेरी गुड। पर इनू बेटा विदाउट प्रेशर ना कोई टैक्निक कोई लॉ का वर्ड नहीं हैगा। ठीक है, लॉ के वर्ड जिहड़े हैगे वो हुण मैं तुहानूं लिखवाना है। ये तो एक सादा जिहा शब्द है जिहड़ा आपां आम लोग यूज करते हैं, बट लॉयर नहीं इसनूं यूज करते। ठीक है, लिखो द कंसेंट ऑफ बोथ पार्टीज मस्ट बी फ्री full stop। in other words consent, in other words तो बाद बेटा कॉमा कर लेना। in other words comma consent must not have been obtained, consent must not have been obtained by force or by fraud सर कंटेन के बाद दोबारा बोलना। बेटा मैं कितने कुछ नहीं लिखा होता बेटा, मैं बिल्कुल आई बोल रहा हूं। ठीक है, जल्दी जल्दी लिख लिया करो बेटा, स्पीड थोड़ी जी फास्ट रखो। द कंसेंट मस्ट नॉट हैव बीन ऑब्टेन्ड बाय फोर्स और बाय फ्रॉड और बाय थ्रेट। थ्रेट की हुंदा बेटा? धमकी देना। हाले तो बेटा इस चीज के ऊपर ना पूरा एक चैप्टर पढ़ना आपां फ्री कंसेंट के ऊपर, चैप्टर नंबर 5 या 6 होएगा, तो आप उनके ऊपर पूरा चैप्टर पढ़ांगे बेटा। ये तो मैं तुहानूं सिर्फ एक इंट्रोडक्शन दे रहा, एक लाइन लिखवा रहा। हुण तुसीं देखोगे भी सर इहदे नाल लॉन्ग क्वेश्चन थोड़ी ना बन जाएगा साडा, भी ये 5 पॉइंट्स तुसीं छोटे छोटे लिखवा रहे हो एसेंशियल्स दे। बेटा लॉन्ग क्वेश्चन तां जदों तुसीं अगे जाके ना कंसीडरेशन ऊपर पूरा चैप्टर पढ़ लोगे, फिर तुसीं इहदे उपर कैपेसिटी टू कॉन्ट्रैक्ट ऊपर पूरा चैप्टर पढ़ लोगे, फिर तुसीं फ्री कंसेंट ऊपर पूरा चैप्टर पढ़ लोगे, फिर बेटा तुसीं उत्थों जिहड़ा कॉपी पेस्ट करोगे फिर ये पूरा लॉन्ग क्वेश्चन बनेगा। चलो पॉइंट क्लियर हो गया अपन फ्री कंसेंट वाला? यस किसी सर। नहीं क्लियर? किसी नहीं क्लियर तो बोले बेटा। यस सर। ठीक है बेटा, तो 5th पॉइंट से आ जाओ। हाँ जी प्रवीण कुमार बोलो बेटे। सर दोबारा रिपीट करना एक बार फ्री कॉन्सेप्ट वाला। फ्री कंसेंट का मतलब ये हुंदा राजे भी दोनों पार्टीज ਦੀ ਜਿਹੜੀ ਮਨਜ਼ੂਰੀ ਹੈ ਨਾ ਉਹ ਆਪਣੀ ਮਰਜ਼ੀ ਨਾਲ ਦਿੱਤੀ ਹੋਵੇ, ਪਾਰਟੀਜ਼ ਦੇ ਉੱਪਰ ਕਿਸੇ ਤਰ੍ਹਾਂ ਦਾ ਫੋਰਸ ਯੂਜ਼ ਨਾ ਕੀਤਾ ਗਿਆ ਹੋਵੇ, ਉਹਨਾਂ ਨੂੰ ਡਰਾਇਆ ਧਮਕਾਇਆ ਨਾ ਗਿਆ ਹੋਵੇ, ਉਹਨਾਂ ਦੇ ਨਾਲ ਕੋਈ ਫਰਾਡ ਨਾ ਕੀਤਾ ਗਿਆ ਹੋਵੇ। ਔਰ ਅਗਰ ਕੋਈ ਡਰਾਇਆ ਧਮਕਾਇਆ ਗਿਆ ਹੈ, ਫਰਾਡ ਕੀਤਾ ਗਿਆ ਹੈ, ਠੀਕ ਹੈ, ਜਾਂ ਉਹਨਾਂ ਨੂੰ ਫੋਰਸ ਕੀਤਾ ਗਿਆ ਹੈ, ਤਾਂ ਜਿਹੜਾ ਇਸ ਨੂੰ ਆਪਾਂ फ्री कंसेंट नहीं कहांगे और ये ਜਿਹੜਾ है वैलिड कॉन्ट्रैक्ट नहीं होएगा। ਤੇ ਸਰ ਇਸ ਨੂੰ ਫਿਰ ਆਪਾਂ ਫਿਰ ਕੀ ਕਹਾਂਗੇ? ਇਹ ਬੇਟਾ ਅੱਗੇ ਜਾ ਕੇ ਆਪਾਂ ਦੇਖਾਂਗੇ ਵੀ ਇਸ ਨੂੰ ਆਪਾਂ ਕਹਿਣਾ ਕੀ ਹੈ। ਕੁਝ ਹਾਲਾਤਾਂ ਵਿੱਚ ਤਾਂ ਬੇਟੇ ਉਹ ਵਾਇਡ ਐਗਰੀਮੈਂਟ ਹੋਏਗਾ ਔਰ ਕੁਝ ਹਾਲਾਤਾਂ ਵਿੱਚ ਉਹ ਵਾਇਡੇਬਲ ਕੰਟਰੈਕਟ ਹੋਏਗਾ। ਠੀਕ ਹੈ, ਦੋ ਟਰਮਸ ਹੋਣਗੀਆਂ, ਵਾਇਡ ਐਗਰੀਮੈਂਟ ਜਾਂ ਫਿਰ ਵਾਇਡੇਬਲ ਕੰਟਰੈਕਟ। ਇਹ ਅੱਗੇ ਜਾ ਕੇ ਬੇਟਾ ਦੇਖਾਂਗੇ, ਇਹਨੂੰ ਹਲੇ ਲੀਵ ਕਰ ਦਿਓ ਇੱਕ ਵਾਰੀ। वैलिड नहीं होएगा, बस इतनी गल समझ लो भी वैलिड तो नहीं है, पूरी तरह ठीक नहीं है। ओके सर, ओके सर। नेक्स्ट लिखो बेटा 5th पॉइंट, एग्रीमेंट मस्ट